ਪੰਜਾਬ ਦੀਆਂ ਦੋ ਸਿਖਰਲੀਆਂ ਸੱਤਾਧਾਰੀ ਪਾਰਟੀਆਂ, ਇੱਕ ਤਾਂ ਆਮ ਆਦਮੀ ਪਾਰਟੀ, ਦੂਜੀ ਸ਼੍ਰੋਮਣੀ ਅਕਾਲੀ ਦਲ। ਬੇਸ਼ੱਕ ਸੱਤਾ ਦੇ ਵਿੱਚੋਂ ਬਾਹਰ ਹੈ, ਪਰ ਮੈਂ ਸੱਤਾਧਾਰੀ ਪਾਰਟੀ ਹੀ ਗਿਣੂੰਗਾ ਕਿਉਂਕਿ ਇੱਕ ਵੱਡਾ ਉਹਨਾਂ ਦਾ ਵੀ ਆਪਣਾ ਰਾਜਨੀਤਿਕ ਸਿਸਟਮ ਹੈ। ਇਹ ਦੋਨੋਂ ਪਾਰਟੀਆਂ ਆਮੋ ਸਾਹਮਣੇ ਨੇ। ਜਿਹੜਾ ਇਹਨਾਂ ਦਾ ਵਿਸ਼ਾ ਹੈਗਾ ਉਹ ਹੈਗਾ ਸ਼ਾਮਲਾਟ ਜ਼ਮੀਨਾਂ ਦਾ। ਕੁਲਦੀਪ ਸਿੰਘ ਧਾਲੀਵਾਲ ਉਹ ਪੰਜਾਬ ਦੇ ਪੰਚਾਇਤ ਮੰਤਰੀ ਨੇ ਤੇ 10 ਜੂਨ ਤੱਕ ਦਾ ਅਲਟੀਮੇਟਮ ਦੇ ਤਾ ਕਿ ਜਿਹੜੀ ਪੰਚਾਇਤੀ ਜ਼ਮੀਨਾਂ ਨੇ ਉਹ ਤੁਸੀਂ ਆਪਣੇ ਆਪ ਛੱਡ ਦਿਓ, ਨਹੀਂ ਅਸੀਂ ਛਡਵਾ ਲਾਂਗੇ। ਪੰਚਾਇਤੀ ਜ਼ਮੀਨਾਂ ਦਾ ਮਾਮਲਾ ਲਟਕਿਆ ਵੀ ਹੋਇਆ, ਕਈ ਥਾਂ ਛੁਡਵਾਈ ਵੀ ਗਏ ਨੇ ਤੇ ਕਈ ਥਾਂ ਸਰਕਾਰ ਘਿਰਦੀ ਹੋਈ ਆਪਾਂ ਨੂੰ ਦਿਖਾਈ ਵੀ ਦਿੱਤੀ ਹੈ। ਹੁਣ ਧਾਲੀਵਾਲ ਸਾਹਿਬ ਕਹਿੰਦੇ ਕਿ ਸੁੱਖ ਵਿਲਾਸ ਦੇ ਉੱਤੇ ਵੀ ਗੱਲ ਆਉਂਦੀ ਸੀ, ਜਦੋਂ ਵਿਰੋਧੀ ਕਹਿੰਦੇ ਸੀ ਤੁਸੀਂ ਵੱਡਿਆਂ ਨੂੰ ਹੱਥ ਕਿਉਂ ਨਹੀਂ ਪਾਉਂਦੇ, ਤੁਸੀਂ ਤਾਂ ਛੋਟਿਆਂ ਨੂੰ ਹੱਥ ਪਾਉਂਦੇ ਹੋ। ਤਾਂ ਇਸੇ ਸਵਾਲ ਦੇ ਜਵਾਬ ਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਸੁੱਖ ਵਿਲਾਸ ਨੂੰ ਤੋੜਾਂਗੇ ਨਹੀਂ, ਉਹਦੇ ਜਿਹੜੇ ਕਮਰੇ ਨੇ ਉਹ ਕਿਰਾਏ ਤੇ ਦਿੱਤੇ ਜਾਣਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਤੀਕਰਮ ਵੀ ਆ ਗਿਆ। ਉਹ ਕਹਿੰਦੇ ਕਿ ਹੱਥ ਲਾ ਕੇ ਦੇਖੋ ਤੁਸੀਂ ਸੁੱਖ ਵਿਲਾਸ ਨੂੰ, ਯਾਨੀ ਕਿ ਦੋ ਜਿਹੜੀਆਂ ਪਾਰਟੀਆਂ ਨੇ ਪੰਜਾਬ ਦੀਆਂ ਆਮੋ ਸਾਹਮਣੇ ਨੇ। ਮਾਮਲਾ ਸ਼ਾਮਲਾਟ ਜ਼ਮੀਨਾਂ ਦਾ ਹੈਗਾ ਤੇ ਇਸ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਡਾਕਟਰ ਭੇਮਿੰਦਰ ਸਿੰਘ ਜੁੜੇ ਨੇ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਪੰਗੂ ਸਾਹਿਬ ਜੀ। ਡਾਕਟਰ ਸਾਹਿਬ, ਸ਼ਾਮਲਾਟ ਜ਼ਮੀਨਾਂ ਦਾ ਰੌਲਾ ਚੱਲੀ ਜਾਂਦਾ, ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਕਹਿੰਦੇ ਸੀ ਕਿ ਅਸੀਂ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਤੇ ਕਾਬਜ਼ ਹੋਏ ਹੋਏ ਲੋਕ ਨੇ ਉਹ ਲੋਕਾਂ ਨੂੰ ਅਸੀਂ ਪਾਸੇ ਕਰਕੇ ਉਹਨਾਂ ਦਾ ਕਬਜ਼ਾ ਜਿਹੜਾ ਹੈਗਾ ਉਹ ਕਬਜ਼ਾ ਜਿੱਥੇ ਪੰਚਾਇਤੀ ਜ਼ਮੀਨ ਹੈ ਦੱਬੀ ਹੋਈ ਹੈ ਪੰਚਾਇਤਾਂ ਕੋਲ ਚਲੇ ਜਾਊਗਾ, ਜਿੱਥੇ ਕਿਸੇ ਦੀ ਹੋਰ ਜ਼ਮੀਨ ਦੱਬੀ ਹੋਈ ਹੈ ਉਹ ਕਬਜ਼ਾ ਵੀ ਉਸ ਸਰਕਾਰ ਜਾਂ ਆਪਣੇ ਅੰਡਰ ਲੈ ਲੂਗੀ। ਹਾਲਾਂਕਿ ਇਹ ਵੀ ਸਵਾਲ ਖੜਾ ਹੁੰਦਾ ਕਿ ਸਰਕਾਰ ਇੱਕ ਕਬਜ਼ਾ ਲੈ ਸਕਦੀ ਹੈ। ਵੱਡੇ ਸਵਾਲ ਨੇ, ਕਈ ਥਾਂ ਦੀ ਕਾਨੂੰਨੀ ਜਿਹੜੀ ਅੜਚਨ ਨੇ ਉੱਥੇ ਵੀ ਸਰਕਾਰ ਨੂੰ ਸਾਹਮਣਾ ਕਰਨਾ ਪਿਆ। ਪਰ ਹੁਣ ਫਿਰ ਇੱਕ ਵਾਰ ਤਰੀਕ ਦੇਤੀ ਕਿ ਇਸ ਤਰੀਕ ਤੋਂ ਪਹਿਲਾਂ ਜਿਹਨੇ ਵੀ ਜਿਹੜੀ ਪੰਚਾਇਤੀ ਜ਼ਮੀਨ ਦੱਬੀ ਹੋਈ ਹੈ ਆਪਣੇ ਆਪ ਲਾਂਭੇ ਹੋ ਜਾਓ ਉਸ ਜ਼ਮੀਨ ਤੋਂ। ਇਹਦੇ ਦੇ ਵਿਚਾਲੇ ਹੀ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਅਤੇ ਉਹਨਾਂ ਤੇ ਸੁੱਖ ਵਿਲਾਸ ਦੇ ਉੱਤੇ ਗੱਲ ਆ ਗਈ ਤੇ ਦੋਨੋਂ ਪਾਰਟੀਆਂ ਹੁਣ ਆਮੋ ਸਾਹਮਣੇ ਨੇ। ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਡਾਕਟਰ ਸਾਹਿਬ ਸਾਰੀ ਗੱਲਬਾਤ ਨੂੰ? ਪੰਗੂ ਸਾਹਿਬ ਦੇਖੋ, ਜਿੱਥੋਂ ਤੱਕ ਜਿਹੜੇ ਨਜਾਇਜ਼ ਕਬਜ਼ੇ ਨੇ ਜ਼ਮੀਨਾਂ ਦੇ ਉੱਤੇ ਉਹਦਾ ਸੰਬੰਧ ਹੈ ਜੀ, ਇਹੀ ਕਹਾਂਗਾ ਕਿ ਕੋਈ ਵੀ ਜਿਹੜੀ ਸਰਕਾਰ ਆਉਂਦੀ ਹੈ ਪਿਛਲੇ 75 ਸਾਲਾਂ ਤੋਂ ਆਪਾਂ ਨੇ ਦੇਖਿਆ ਕਿ ਬਹੁਤ ਸਾਰੀਆਂ ਸਰਕਾਰਾਂ ਆਈਆਂ ਔਰ 66 ਤੋਂ ਬਾਅਦ ਤਾਂ ਲਗਾਤਾਰ ਆਪਾਂ ਨੇ ਇਹ ਵੀ ਆਪਾਂ ਜਾਣਦੇ ਹਾਂ ਕਿ ਅਕਾਲੀ ਦਲ ਖਾਸ ਤੌਰ ਤੇ ਵੱਡੇ ਬਾਦਲ ਸਾਹਿਬ 5 ਵਾਰੀ ਮੁੱਖ ਮੰਤਰੀ ਰਹੇ ਜਾਂ ਕਾਂਗਰਸ ਦੀ ਸੱਤਾ ਵੀ ਰਹੀ ਕਈ ਵਾਰ। ਸੋ ਇਸ ਦੌਰਾਨ ਬਹੁਤ ਸਾਰੇ ਜਿਹੜੇ ਨੇ ਉਹ ਨਜਾਇਜ਼ ਕਬਜ਼ੇ ਹੋਏ ਔਰ ਖਾਸ ਤੌਰ ਤੇ ਜਿਹੜੇ ਜਿਵੇਂ ਕਿਹਾ ਜਾਂਦਾ ਹੈ ਕਿ ਜਿਹੜੇ ਵੱਡੇ ਲੋਕ ਸੀਗੇ, ਔਰ ਵੱਡੇ ਲੋਕ ਤੋਂ ਮਤਲਬ ਹੈ ਕਿ ਜਿਹੜੇ ਆਪਣਾ ਅਮੀਰ ਤਬਕਾ ਸੀਗਾ ਜਾਂ ਜਿਨ੍ਹਾਂ ਦੀ ਸਿਆਸੀ ਸੱਤਾ ਦੇ ਵਿੱਚ ਕਿਤੇ ਨਾ ਕਿਤੇ ਭਾਈਵਾਲੀ ਸੀਗੀ ਜਾਂ ਵੱਡੇ ਅਫਸਰ ਸਾਹਿਬਾਨ ਸੀਗੇ, ਉਹਨਾਂ ਨੇ ਇਹਨਾਂ ਜਿਹੜੀਆਂ ਵੱਖ-ਵੱਖ ਸਰਕਾਰਾਂ ਆਈਆਂ ਉਹਨਾਂ ਦੇ ਸੰਬੰਧਾਂ ਦੇ ਨਾਲ ਉਹਨਾਂ ਦੇ ਨਜਾਇਜ਼ ਫਾਇਦੇ ਉਠਾਏ ਔਰ ਕਬਜ਼ੇ ਜਿਹੜੇ ਨੇ ਉਹ ਜ਼ਮੀਨਾਂ ਦੇ ਉੱਤੇ ਕੀਤੇ ਗਏ। ਸੋ ਇਹਨਾਂ ਜ਼ਮੀਨਾਂ ਨੂੰ ਲੈ ਕੇ ਜਿਵੇਂ ਤੁਸੀਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਜਦੋਂ ਪਿਛਲੇ ਸਾਲ ਸੱਤਾ 'ਚ ਆਉਂਦੀ ਹੈ ਤਾਂ ਧਾਲੀਵਾਲ ਸਾਹਿਬ ਲਗਾਤਾਰ ਉਹਦੇ ਉੱਤੇ ਕਾਰਵਾਈ ਕਰਦੇ ਨੇ ਤੇ ਬਹੁਤ ਸਾਰੀ ਜ਼ਮੀਨ ਉਹ ਛੁਡਾਉਣ ਦੀ ਕੋਸ਼ਿਸ਼ ਵੀ ਕਰਦੇ ਨੇ। ਉਹ ਹੁਣ ਮੰਨਦੇ ਵੀ ਹੈ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਮੰਨਿਆ ਵੀ ਹੈ ਕਿ ਇੱਕ ਵੱਡੀ ਤਾਦਾਦ ਦੇ ਵਿੱਚ ਉਹਨਾਂ ਨੇ ਜ਼ਮੀਨ ਜਿਹੜੀ ਹੈਗੀ ਹੈ ਉਹਦੇ ਤੋਂ ਕਬਜ਼ਾ ਛੁਡਾਇਆ ਹੈ। ਔਰ ਜਿਹੜੀ ਜ਼ਮੀਨ ਹੁਣ ਬਚਦੀ ਹੈ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਜਿਹੜੀ ਬਚਦੀ ਜ਼ਮੀਨ ਹੈ ਜਿਨ੍ਹਾਂ ਦੇ ਉੱਤੇ ਕੋਈ ਜਿਹੜੀ ਹੈਗੀ ਕਾਨੂੰਨੀ ਅੜਚਨ ਨਹੀਂ ਹੈ ਉਹ ਉਸ ਜ਼ਮੀਨ ਨੂੰ ਉਹ ਛੁਡਾਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਔਰ ਭਗਵੰਤ ਮਾਨ ਨੇ ਤਾਂ ਟਵੀਟ ਕਰਕੇ ਬਕਾਇਦਾ ਕਿਹਾ ਹੈ ਕਿ ਜਿਹੜੇ ਵੀ ਲੋਕ ਜਿਨ੍ਹਾਂ ਕੋਲੇ ਨਜਾਇਜ਼ ਜ਼ਮੀਨਾਂ ਦੇ ਉੱਤੇ ਕਬਜ਼ੇ ਨੇ ਉਹ ਆਪਣੇ ਆਪ ਹੀ ਉਹ ਕਬਜ਼ੇ ਛੱਡ ਦੇਣ ਤਾਂ ਚੰਗੀ ਗੱਲ ਹੈ, ਨਹੀਂ ਤਾਂ ਫਿਰ ਜਿਹੜੀ ਸਰਕਾਰ ਹੈ ਉਹਨਾਂ ਨੇ ਇੱਕ ਚੇਤਾਵਨੀ ਵੀ ਦਿੱਤੀ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਕਿ ਭਾਈ ਜੇ ਤੁਸੀਂ ਇੰਨੀ ਤਰੀਕ ਤੱਕ ਨਹੀਂ ਛੱਡੋਗੇ ਤਾਂ ਲਾਜ਼ਮੀ ਤੌਰ ਤੇ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਵੀ ਹੋਏਗੀ ਔਰ ਤੁਹਾਡੇ ਤੋਂ ਯਾਨੀ ਕਿ ਫੋਰਸ ਦੇ ਨਾਲ ਯਾਨੀ ਕਿ ਪੁਲਿਸ ਨੂੰ ਬੁਲਾ ਕੇ ਉਹਨਾਂ ਦਾ ਮਤਲਬ ਇਹ ਹੈ ਕਿ ਇਹ ਜ਼ਮੀਨਾਂ ਜਿਹੜੀਆਂ ਨੇ ਛੁਡਾਈਆਂ ਜਾਣਗੀਆਂ। ਔਰ ਜੇਕਰ ਇਹ ਜ਼ਮੀਨਾਂ ਵੱਡੀ ਗੱਲ ਹੈ ਕਿ ਪੰਗੂ ਸਾਹਿਬ ਜੇ ਛੁਡਾ ਲੈਂਦੀ ਆ ਤਾਂ ਇਹਦੇ ਨਾਲ ਜਿੱਥੇ ਖਜ਼ਾਨੇ 'ਚ ਪੈਸਾ ਆਏਗਾ ਉੱਥੇ ਜਿਹੜੇ ਗਰੀਬ ਲੋਕ ਨੇ ਜਿਹੜੇ ਕਿ ਜ਼ਮੀਨਾਂ ਤੋਂ ਵਿਹੂਣੇ ਨੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਉਹ ਪੈਸਾ ਜਿਹੜਾ ਹੈਗਾ ਉਹ ਮਿਲੇਗਾ
ਔਰ ਉਹਨਾਂ ਦੀ ਐਜੂਕੇਸ਼ਨ ਤੇ ਲੱਗੇਗਾ, ਉਹਨਾਂ ਦੀ ਹੈਲਥ ਦੇ ਉੱਤੇ ਲੱਗੇਗਾ, ਜਾਂ ਉਹਨਾਂ ਦੇ ਹੋਰ ਜਿਹੜਾ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਹੈ ਉਹਦੇ ਉੱਤੇ। ਜੀ ਮੈਂ ਕਹਿਣਾ ਚਾਹੁੰਦਾ ਪੰਗੂ ਸਾਹਿਬ ਕਿ ਇੱਕ ਵਧੀਆ ਕਦਮ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ, ਔਰ ਜਿਹੜੇ ਵੀ ਲੋਕਾਂ ਨੇ ਪਿਛਲੇ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਲਗਾਤਾਰ ਕਬਜ਼ੇ ਕੀਤੇ ਹੋਏ ਨੇ ਤਾਂ ਉਹ ਕਬਜ਼ੇ ਛੁਡਾਉਣੇ ਚਾਹੀਦੇ ਨੇ, ਔਰ ਉਹ ਜ਼ਮੀਨਾਂ ਜਿਹੜੀਆਂ ਨੇ ਉਹ ਸਰਕਾਰ ਕੋਲੇ ਆਉਣੀਆਂ ਚਾਹੀਦੀਆਂ ਨੇ, ਔਰ ਉਹਨਾਂ ਦਾ ਜਿਹੜਾ ਰੈਵਨਿਊ ਆਏਗਾ, ਪੈਸਾ ਆਏਗਾ ਜਿਹੜਾ ਉਹਨਾਂ ਜ਼ਮੀਨਾਂ ਤੋਂ, ਉਹ ਪੈਸਾ ਆਮ ਲੋਕਾਂ ਦੀਆਂ ਸਹੂਲਤਾਂ ਦੇ ਉੱਤੇ ਲੱਗਣਾ ਚਾਹੀਦਾ ਪੰਗੂ ਸਾਹਿਬ। ਜੀ ਡਾਕਟਰ ਸਾਹਿਬ, ਦੂਜੇ ਪਾਸੇ ਆਹ ਵੀ ਗੱਲ ਚੱਲਦੀ ਹੈ ਕਿ ਸਰਕਾਰ ਪੰਚਾਇਤੀ ਜ਼ਮੀਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਵੱਡੇ ਵੱਡੇ ਉਦਯੋਗ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ। ਦੇਖੋ, ਜੇਕਰ ਉਦਯੋਗ ਘਰਾਣੇ ਮੰਨ ਲਓ ਦੇਣਾ ਵੀ ਚਾਹੁੰਦੀ ਹੈ ਤਾਂ ਉਹ ਮੁੱਲ ਜਿਹੜਾ ਹੈਗਾ ਚੰਗੀ ਉਹਦੀ ਜਿਹੜੀ ਜੋ ਰੇਟ ਹੈ ਉਹ ਲਿਆ ਜਾਣਾ ਚਾਹੀਦਾ, ਔਰ ਉਹੀ ਰੇਟ ਲੈ ਕੇ ਜੇਕਰ ਉਹ ਪੈਸੇ ਆਉਂਦੇ ਨੇ, ਇਹ ਨਹੀਂ ਹੋਣਾ ਚਾਹੀਦਾ ਕਿ ਸਰਕਾਰਾਂ ਰਹੀਆਂ ਨੇ ਕਿ ਕੌਡੀਆਂ ਦੇ ਭਾਅ ਵੱਡੇ ਸਰਮਾਏਦਾਰ ਜਾਂ ਇੰਡਸਟਰੀਅਲਿਸਟ ਲੋਕ ਨੇ ਉਹਨਾਂ ਨੂੰ ਕੌਡੀਆਂ ਦੇ ਭਾਅ ਦਿੰਦੇ ਨੇ ਉਹ ਜ਼ਮੀਨਾਂ, ਆਪਾਂ ਦੇਖਦੇ ਰਹੇ ਹਾਂ। ਪਰ ਜੇਕਰ ਆਮ ਆਦਮੀ ਪਾਰਟੀ ਇਹ ਕਰਦੀ ਹੈ ਤਾਂ ਇਹ ਮਾੜੀ ਗੱਲ ਹੋਏਗੀ। ਪਰ ਮੈਨੂੰ ਇਹ ਲੱਗਦਾ ਹੈ ਕਿ ਜੋ ਮਾਰਕੀਟ ਰੇਟ ਹੈ, ਜੋ ਤੈਅ ਕੀਤਾ ਹੋਇਆ ਰੇਟ ਹੈ, ਉਸ ਹਿਸਾਬ ਨਾਲ ਜਿਹਨੂੰ ਵੀ ਲੋੜ ਹੈ, ਜਿਹੜੇ ਵੀ ਲੋਕਾਂ ਨੂੰ ਉਹ ਜ਼ਮੀਨਾਂ ਚਾਹੀਦੀਆਂ ਨੇ, ਜੇਕਰ ਉਸੇ ਮਾਰਕੀਟ ਰੇਟ ਦੇ ਮੁਤਾਬਕ ਉਹ ਰੇਟ ਮਿਲਦਾ ਹੈ ਸਰਕਾਰ ਨੂੰ ਔਰ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਾਂਦਾ ਹੈ ਉਹ ਪੈਸਾ, ਤਾਂ ਉਹ ਪੈਸਾ ਜਿਹੜਾ ਹੈਗਾ ਲੋਕਾਂ ਦੇ ਭਲੇ ਦੇ ਲਈ ਵਰਤਿਆ ਜਾ ਸਕਦਾ ਹੈ। ਇਸ ਲਈ ਮੈਂ ਕਹਿਣਾ ਚਾਹੁੰਦਾ ਕਿ ਕੌਡੀਆਂ ਦੇ ਭਾਅ ਨਹੀਂ ਵੇਚਣੀ ਚਾਹੀਦੀ ਉਹ ਜ਼ਮੀਨ, ਉਹ ਸਗੋਂ ਜਿਹੜੀ ਹੈਗੀ ਹੈ ਹੀਰਿਆਂ ਦੇ ਭਾਅ ਵੇਚਣੀ ਚਾਹੀਦੀ ਹੈ। ਔਰ ਇਹ ਜ਼ਮੀਨ ਜਿਹੜੀ ਹੈਗੀ ਹੈ ਬਹੁਤ ਮਹਿੰਗੀ ਜ਼ਮੀਨ ਹੈ, ਔਰ ਜੇਕਰ ਮਹਿੰਗੀ ਜ਼ਮੀਨ ਹੈ ਤਾਂ ਉਹਦਾ ਪੈਸਾ ਵੀ ਜਿਹੜਾ ਹੈਗਾ ਚੰਗਾ ਮਿਲਣਾ ਚਾਹੀਦਾ ਹੈ, ਔਰ ਉਸ ਪੈਸੇ ਨੂੰ ਲੋਕਾਂ ਦੇ ਭਲੇ ਦੇ ਲਈ ਵਰਤਿਆ ਜਾਣਾ ਚਾਹੀਦਾ ਹੈ ਪੰਗੂ ਸਾਹਿਬ। ਜੀ ਡਾਕਟਰ ਸਾਹਿਬ, ਕੀ ਜਿਹੜੇ ਵੱਡੇ ਸਿਆਸਤਦਾਨ ਨੇ ਉਹਨਾਂ ਦਾ ਨਾਮ ਟਾਰਗੇਟ ਕਰਕੇ ਕੀ ਸਿਰਫ ਇੱਕ ਮਤਲਬ ਕਿ ਹੱਲਾਸ਼ੇਰੀ ਸਹੇੜਨਾ ਚਾਹੁੰਦੀਆਂ ਨੇ ਸਰਕਾਰਾਂ, ਜਾਂ ਫਿਰ ਅਸਲ ਦੇ ਵਿੱਚ ਕੋਈ ਕਾਰਵਾਈ ਅਮਲ ਦੇ ਵਿੱਚ ਲੈ ਕੇ ਆਉਂਦੀ ਜਾਣਗੀ? ਕਿਉਂਕਿ ਤੁਹਾਡੇ ਯਾਦ ਹੋਊਗਾ ਜਦੋਂ ਸਿਮਰਜੀਤ ਸਿੰਘ ਮਾਨ ਤੋਂ ਕਿਹਾ ਗਿਆ ਸੀ ਕਿ ਪਹਾੜਾਂ ਦੇ ਵਿੱਚ 108 ਏਕੜ ਦੱਬੀ ਹੋਈ ਹੈ ਉਹਨਾਂ ਦੀ, ਉਦੋਂ ਵੀ ਕੁਛ ਨਹੀਂ ਸੀ ਨਿਕਲਿਆ, ਫਿਰ ਬਾਅਦ ਚ ਰੌਲਾ ਪੈ ਗਿਆ ਸੀ। ਦੂਜੇ ਪਾਸੇ ਆਪਣਾ ਜਸਟਿਸ ਕੁਲਦੀਪ ਸਿੰਘ ਰਿਪੋਰਟ ਦੀ ਲਗਾਤਾਰ ਗੱਲ ਚੱਲਦੀ ਹੈ। ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਹੀ ਗੱਲ ਕਹੀ ਹੈ ਕਿ ਤੁਸੀਂ ਜੇਕਰ ਕਾਰਵਾਈ ਕਰਨੀ ਹੈ ਤਾਂ ਜਸਟਿਸ ਕੁਲਦੀਪ ਸਿੰਘ ਹੋਰਾਂ ਦੀ ਜਿਹੜੀ ਰਿਪੋਰਟ ਹੈਗੀ ਹੈ ਉਹਦੇ ਤੇ ਕਾਰਵਾਈ ਕਰੋ। ਸੁਖਪਾਲ ਸਿੰਘ ਖਹਿਰਾ ਲਗਾਤਾਰ ਬੋਲ ਰਹੇ ਨੇ, ਉਹ ਕਹਿੰਦੇ ਨੇ ਕਿ ਜਿਹੜੇ ਤੁਹਾਡੇ ਰਾਜ ਸਭਾ ਮੈਂਬਰ ਨੇ, ਇੱਕ ਯੂਨੀਵਰਸਿਟੀ ਦੇ ਮਾਲਕ ਨੇ, ਉਹਨਾਂ ਨੇ ਕਿੰਨੀ ਥਾਂ ਦੱਬੀ ਹੋਈ ਹੈ, ਤੁਸੀਂ ਉਹਨਾਂ ਤੋਂ ਜਿਹੜੀ ਹੈਗੀ ਹੈ ਛੁਡਵਾਓ। ਜੀ ਦੇਖੋ, ਜਿੱਥੋਂ ਤੱਕ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਦੇ ਬਿਆਨ ਦੀ ਗੱਲ ਹੈ, ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਗੱਲ ਬਾਰ-ਬਾਰ ਕਹੀ ਹੈ ਕਿ ਜਿਹੜੀਆਂ ਜ਼ਮੀਨਾਂ ਦੇ ਵਿੱਚ ਕਾਨੂੰਨੀ ਅੜਚਨਾ ਨਹੀਂ ਹੈਗੀਆਂ, ਜਿੱਥੇ ਤੱਕ ਕਾਨੂੰਨੀ ਅੜਚਨਾ ਹੈਗੀਆਂ ਨੇ ਉੱਥੇ ਤਾਂ ਦੇਖੋ ਕੋਈ ਵੀ ਸਰਕਾਰ ਜਿਹੜੀ ਹੈਗੀ ਆ, ਚਾਹੇ ਕੋਈ ਵੀ ਹੋਵੇ, ਉਹਨੂੰ ਉਹ ਛਡਾ ਨਹੀਂ ਸਕਦੀ। ਇਸ ਕਰਕੇ ਜਿਨ੍ਹਾਂ ਜ਼ਮੀਨਾਂ ਦੇ ਵਿੱਚ ਕਾਨੂੰਨੀ ਅੜਚਨਾ ਜਿਹੜੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ, ਉਹਨਾਂ ਨੂੰ ਤਾਂ ਛਡਾਇਆ ਜਾਣਾ ਹੀ ਚਾਹੀਦਾ। ਸੋ ਇਸ ਕਰਕੇ ਜੇਕਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਰਿਪੋਰਟ ਜਸਟਿਸ ਕੁਲਦੀਪ ਸਿੰਘ ਜੀ ਦੀ ਗੱਲ ਹੋ ਰਹੀ ਹੈ ਉਹਦੇ ਉੱਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ, ਪਰ ਉਸ ਤੋਂ ਬਿਨਾਂ ਵੀ ਜਿਹੜੀਆਂ ਇੰਨੀਆਂ ਜ਼ਮੀਨਾਂ ਪਈਆਂ ਨੇ ਜਿਨ੍ਹਾਂ ਦੇ ਉੱਤੇ ਜਿਹੜੇ ਨਜਾਇਜ਼ ਕਬਜ਼ੇ ਹੋਏ ਨੇ, ਔਰ ਨਜਾਇਜ਼ ਕਬਜ਼ਿਆਂ ਨੂੰ ਛਡਾ ਕੇ ਜਿਹੜਾ ਹੈਗਾ ਜ਼ਰੂਰ ਪੈਸਾ ਜਿਹੜਾ ਹੈਗਾ ਉਹ ਗਵਰਨਮੈਂਟ ਦੇ ਖਾਤੇ 'ਚ ਆਏਗਾ। ਇਹ ਮੈਨੂੰ ਲੱਗਦਾ ਕਿ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੇ ਬਾਰ-ਬਾਰ ਇਹ ਗੱਲ ਦਾ ਜ਼ਿਕਰ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਲਿਟੀਗੇਸ਼ਨਸ ਜਾਂ ਜਿਹੜੇ ਖਾਸ ਤੌਰ ਤੇ ਚਾਹੇ ਉਹ ਸੁਪਰੀਮ ਕੋਰਟ ਹੋਵੇ ਜਾਂ ਹਾਈ ਕੋਰਟ ਹੋਵੇ ਜਾਂ ਹੋਰ ਜਿਹੜੀਆਂ ਹੇਠਲੀਆਂ ਅਦਾਲਤਾਂ ਹੋਣ, ਜਿਨ੍ਹਾਂ ਅਦਾਲਤਾਂ ਦੇ ਵਿੱਚ ਕੇਸ ਚੱਲ ਰਹੇ ਨੇ ਹਜੇ ਜ਼ਮੀਨਾਂ ਦੇ, ਉਹਨਾਂ ਨੂੰ ਨਹੀਂ ਛੇੜਿਆ ਜਾਏਗਾ। ਸਿਰਫ ਉਹਨਾਂ ਜ਼ਮੀਨਾਂ ਨੂੰ ਹੀ ਛੇੜਿਆ ਜਾਏਗਾ, ਉਹਨਾਂ ਜ਼ਮੀਨਾਂ ਦੇ ਉੱਤੋਂ ਹੀ ਕਬਜ਼ੇ ਜਿਹੜੇ ਨੇ ਉਹ ਛੁਡਾਏ ਜਾਣਗੇ ਜਾਂ ਉਹਨਾਂ ਤੋਂ ਕਬਜ਼ਾ ਲਿਆ ਜਾਏਗਾ ਜਿਨ੍ਹਾਂ ਦਾ ਬਿਲਕੁਲ ਕਾਨੂੰਨੀ ਤੌਰ ਤੇ ਜਿਹੜਾ ਕੇਸ ਹੈ ਉਹ ਕਲੀਅਰ ਹੋ ਚੁੱਕਿਆ। ਇਸ ਕਰਕੇ ਜਿਹੜੇ ਕਲੀਅਰ ਨੇ ਬਿਲਕੁਲ ਕੇਸ, ਔਰ ਸਰਕਾਰਾਂ ਨੇ ਜਾਂ ਜਿਹੜੀਆਂ ਖਾਸ ਤੌਰ ਤੇ ਜਿਹੜੀਆਂ ਅਦਾਲਤਾਂ ਨੇ ਉਹਨਾਂ ਦੇ ਬਾਰੇ ਫੈਸਲਾ ਕੀਤਾ ਹੋਇਆ, ਔਰ ਉਹ ਫੈਸਲੇ ਦੇ ਮੱਦੇਨਜ਼ਰ ਜਿਹੜਾ ਹੈਗਾ ਜ਼ਮੀਨਾਂ ਨੂੰ ਛੁਡਾਇਆ ਜਾਏਗਾ। ਔਰ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕੋਈ ਕਾਨੂੰਨੀ ਅੜਚਨ ਜਿਹੜੀ ਹੈਗੀ ਹੈ ਉਹ ਹੋਏਗੀ। ਹਾਂ, ਜਿੱਥੋਂ ਤੱਕ ਜਿਹੜੀਆਂ ਗੱਲ ਤੁਸੀਂ ਕਹਿ ਰਹੇ ਹੋ ਕਿ ਜਿੰਨਾ ਜ਼ਮੀਨਾਂ ਦੇ ਉੱਤੇ ਚਾਹੇ ਕੋਈ ਵੀ ਬਿੱਲਾ ਹੈ, ਚਾਹੇ ਕੋਈ ਵੀ ਕਲੋਨੀ ਹੈ, ਅਜੇ ਕੇਸ ਪੈਂਡਿੰਗ ਨੇ, ਅਜੇ ਕੇਸ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ, ਉਹਨਾਂ ਨੂੰ ਇਹ ਨਹੀਂ ਛੇੜਨਾ ਚਾਹੀਦਾ, ਔਰ ਉਹਨਾਂ ਨੂੰ ਹਜੇ ਜਿਹੜਾ ਹੈਗਾ ਵੇਟ ਕਰਨੀ ਚਾਹੀਦੀ ਹੈ, ਔਰ ਇੰਤਜ਼ਾਰ ਕਰਕੇ ਹੀ ਕਾਨੂੰਨੀ, ਜਦੋਂ ਜਿੰਨੀ ਦੇਰ ਤੁਸੀਂ ਕਾਨੂੰਨੀ ਤੌਰ ਤੇ ਸੋਲਿਡ ਨਹੀਂ ਹੁੰਦੇ
ਕਾਨੂੰਨੀ ਤੌਰ ਤੇ ਤੁਹਾਡੇ ਪੱਖ 'ਚ ਚੀਜ਼ਾਂ ਨਹੀਂ ਹੁੰਦੀਆਂ, ਉਨੀ ਦੇਰ ਤੁਹਾਨੂੰ ਕਾਰਵਾਈ ਹਜੇ ਨਹੀਂ ਕਰਨੀ ਚਾਹੀਦੀ ਉਹਨਾਂ ਜ਼ਮੀਨਾਂ ਦੇ ਉੱਤੇ। ਪਰ ਜਿਨ੍ਹਾਂ ਜ਼ਮੀਨਾਂ ਦੇ ਉੱਤੇ ਆਲਰੇਡੀ ਸਾਰਾ ਕਲੀਅਰ ਹੈ, ਉਹਨਾਂ ਦੇ ਉੱਤੇ ਜ਼ਰੂਰ ਕੋਈ ਨਾ ਕੋਈ ਕਾਰਵਾਈ ਜਿਹੜੀ ਕਰਕੇ ਔਰ ਉਹ ਜ਼ਮੀਨਾਂ ਵਾਪਸ ਲਿਆਉਣੀਆਂ ਬਣਦੀਆਂ ਨੇ। ਇਹ ਮੈਨੂੰ ਲੱਗਦਾ ਹੈ ਕਿ ਇੱਕ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਇਸ ਵੇਲੇ ਬਣਦੀ ਦਿਖਦੀ ਹੈ ਭੰਗੂ ਸਾਹਿਬ। ਜੀ ਡਾਕਟਰ ਸਾਹਿਬ, ਯਾਨੀ ਕਿ ਸਰਕਾਰ ਜਿਸ ਤਰੀਕੇ ਦੇ ਨਾਲ ਕੱਲ ਵੀ ਤੁਸੀਂ ਦੇਖਿਆ ਹੋਊਗਾ ਕਿ ਜਿਹੜੀ ਉਹ ਜੰਮੂ ਖਟੜਾ ਐਕਸਪ੍ਰੈਸ ਹੈ ਤੇ ਉਹਦੀ ਜ਼ਮੀਨਾਂ ਨੂੰ ਲੈ ਕੇ ਵੀ ਇੱਕ ਤਰੀਕੇ ਨਾਲ ਡਿਸਪਿਊਟ ਖੜਾ ਹੋ ਗਿਆ ਸੀ। 24 ਦੀ ਮੀਟਿੰਗ ਸਰਕਾਰ ਨੇ ਦਿੱਤੀ ਹੈ, ਯਾਨੀ ਕਿ ਫਿਰ ਵਿਰੋਧੀ ਸਵਾਲ ਕਰਦੇ ਨੇ, ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਜ਼ਮੀਨਾਂ ਬਚਾਓ, ਸ਼ਾਮਲਟ ਜ਼ਮੀਨਾਂ, ਦੂਜੇ ਪਾਸੇ ਵੀ ਆਮ ਲੋਕਾਂ ਦੀ, ਗਰੀਬਾਂ ਦੇ ਉੱਤੇ ਤੁਸੀਂ ਧੱਕੇ ਦੇ ਨਾਲ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਨ ਤੇ ਲੱਗੀ ਹੈ ਸਰਕਾਰ। ਦੇਖੋ, ਜਿੱਥੋਂ ਤੱਕ ਦਿੱਲੀ ਟੂ ਕਟੜਾ ਜਿਹੜੀ ਸੜਕ ਬਣ ਰਹੀ ਹੈ ਉਹਦਾ ਸਵਾਲ ਹੈ, ਤਾਂ ਪਹਿਲੀ ਗੱਲ ਤਾਂ ਉਹ ਇੱਕ ਸੈਂਟਰ ਦੀ ਜਿਹੜੀ ਸਰਕਾਰ ਹੈ ਉਹਦੇ ਵੱਲੋਂ ਇੱਕ ਪ੍ਰੋਜੈਕਟ ਜਿਹੜਾ ਹੈਗਾ ਉਹ ਹੈ। ਪਰ ਜਿੱਥੋਂ ਤੱਕ ਉਹਦਾ ਰੇਟ ਦਾ ਸੰਬੰਧ ਹੈ, ਉਹ ਰੇਟ ਨੂੰ ਲੈ ਕੇ ਕਈ ਥਾਵਾਂ ਦੇ ਉੱਤੇ ਸੈਂਟਰ ਦੀ ਗਵਰਨਮੈਂਟ ਦੇ ਨਾਲ ਕਿਸਾਨਾਂ ਦਾ ਜਿਹੜਾ ਹੈਗਾ ਤਕਰਾਰ ਜਿਹੜਾ ਹੈਗਾ ਜ਼ਰੂਰ ਸਾਨੂੰ ਦਿਖਾਈ ਦੇਗਾ। ਪਰ ਜ਼ਿਆਦਾਤਰ ਜਿਹੜੇ ਕਿਸਾਨ ਨੇ ਉਹ ਆਪਣੀਆਂ ਜ਼ਮੀਨਾਂ ਨੂੰ ਉਸ ਰੇਟ ਦੇ ਮੁਤਾਬਕ ਸਰਕਾਰ ਨੂੰ ਦੇ ਚੁੱਕੇ ਨੇ। ਪਰ ਕਈ ਥਾਵਾਂ ਤੇ, ਜਿਵੇਂ ਤੁਸੀਂ ਕੱਲ ਦੀ ਗੱਲ ਕੀਤੀ ਹੈ, ਤਾਂ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਉਹ ਜਿਹੜਾ ਆਪਸੀ ਸਮਝੌਤਾ ਹੈ ਸਰਕਾਰ ਤੇ ਕਿਸਾਨਾਂ ਦੇ ਵਿੱਚ, ਤਾਂ ਉਹ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਦਿੱਕਤ ਆਉਂਦੀ ਹੋਵੇ। ਪਰ ਸਰਕਾਰ ਨੂੰ ਇਹ ਚਾਹੀਦਾ ਹੈ, ਚਾਹੇ ਉਹ ਸੈਂਟਰ ਦੀ ਸਰਕਾਰ ਹੈ, ਚਾਹੇ ਉਹ ਪੰਜਾਬ ਦੀ ਸਰਕਾਰ ਹੈ, ਕਿਸਾਨਾਂ ਨਾਲ ਬੈਠ ਕੇ ਆਮਣੇ ਸਾਹਮਣੇ ਜੋ ਵੀ ਰੇਟ, ਜੋ ਮੌਜੂਦਾ ਰੇਟ ਹੈ ਮਾਰਕੀਟ ਦਾ, ਉਹਦੇ ਹਿਸਾਬ ਨਾਲ ਉਹਨਾਂ ਨੂੰ ਜੋ ਸਰਕਾਰੀ ਰੇਟ ਉੱਥੋਂ ਨਿਕਲਿਆ ਹੈ ਤਾਂ ਉਹ ਰੇਟ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਔਰ ਪ੍ਰੋਪਰ ਮਿਲਣਾ ਚਾਹੀਦਾ, ਤਾਂ ਕਿ ਕਿਸਾਨ ਜਿਹੜੇ, ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਚਾਹੇ ਗਰੀਬ ਕਿਸਾਨ ਹੈ, ਚਾਹੇ ਮਧਲਾ ਕਿਸਾਨ ਹੈ, ਚਾਹੇ ਕੋਈ ਵੀ ਕਿਸਾਨ ਹੈ ਜਿਹਦੀ ਜ਼ਮੀਨ ਉਸ ਏਰੀਏ ਦੇ ਵਿੱਚ ਆਈ ਹੈ, ਤਾਂ ਉਹਨੂੰ ਪ੍ਰੋਪਰ ਜਿਹੜਾ ਹੈਗਾ ਰੇਟ ਦੇ ਕੇ ਕਿਸਾਨਾਂ ਦੇ ਨਾਲ ਸਮਝੌਤੇ ਕਰਕੇ ਗੱਲਬਾਤ ਰਾਹੀਂ ਜਿਹੜਾ ਹੈਗਾ ਉਹ ਹੱਲ ਹੋਣਾ ਚਾਹੀਦਾ। ਨਾ ਕਿ ਇਹ ਜਿਹੜਾ ਮਾਰ ਕੁਟਾਈ ਹੈ ਜਾਂ ਆਪਸੀ ਜਿਹੜੀ ਖਿੱਚੋਤਾਣ ਹੈ ਉਹ ਨਹੀਂ ਹੋਣੀ ਚਾਹੀਦੀ। ਗੱਲਬਾਤ ਰਾਹੀਂ ਜਿਹੜੇ ਨੇ ਉਹ ਮਸਲੇ ਹੱਲ ਹੋਣੇ ਚਾਹੀਦੇ ਨੇ ਭੰਗੂ ਸਾਹਿਬ। ਬਿਲਕੁਲ ਜੀ। ਡਾਕਟਰ ਸਾਹਿਬ, ਹੋਰ ਕੀ ਕੋਈ ਵੈਲਫੇਅਰ ਸਕੀਮ ਹੈ ਪੰਜਾਬ ਸਰਕਾਰ ਦੇ ਲੋਕਾਂ ਦੇ ਲਈ ਜਿੱਤ ਤੋਂ ਬਾਅਦ, ਜਲੰਧਰ ਦੇ ਬਾਅਦ ਕੁਛ ਹੈਗਾ ਪਲਾਨਿਆ ਹੋਇਆ ਕਿ ਲੋਕਾਂ ਨੂੰ ਮਿਲੇ? ਤੱਕ ਪਲੈਨਿੰਗਸ ਦੀ ਗੱਲ ਹੈ, ਬਹੁਤ ਸਾਰੀਆਂ ਪਲੈਨਿੰਗਸ ਆ ਰਹੀਆਂ ਨੇ। ਕੱਲ ਵੀ ਤੁਸੀਂ ਦੇਖਿਆ ਹੋਏਗਾ ਕਿ ਜਲੰਧਰ ਜਾ ਕੇ ਪੰਜਾਬ ਸਰਕਾਰ ਤੁਹਾਡੇ ਦੁਆਰ ਉਹਨਾਂ ਨੇ ਬਕਾਇਦਾ ਤੌਰ ਤੇ ਸਾਰੇ ਜਿਹੜੇ ਮੰਤਰੀ ਸਾਹਿਬਾਨ ਨੇ, ਮੁੱਖ ਮੰਤਰੀ ਸਾਹਿਬਾਨ ਨੇ, ਇੱਥੋਂ ਤੱਕ ਕਿ ਜਿਹੜੇ ਲੋਕ ਸਭਾ ਮੈਂਬਰ ਚੁਣੇ ਗਏ ਨੇ, ਰਿੰਕੂ ਜੀ, ਉਹ ਵੀ ਉੱਥੇ ਸ਼ਾਮਲ ਸੀਗੇ। ਸੋ ਉਹਨਾਂ ਨੇ ਕਰੋੜਾਂ ਰੁਪਇਆ ਜਿਹੜਾ ਹੈਗਾ ਉਹ ਜਲੰਧਰ ਦੇ ਤਰੱਕੀ ਦੇ ਲਈ, ਉੱਥੇ ਸਾਫ਼ ਸਫਾਈ ਦੇ ਲਈ ਜਾਂ ਉਹਨਾਂ ਪ੍ਰੋਜੈਕਟਾਂ ਦੇ ਲਈ, ਚਾਹੇ ਸੜਕਾਂ ਹੋਣ, ਚਾਹੇ ਪੁਲ ਹੋਣ, ਜਾਂ ਹੋਰ ਜਿਹੜੀਆਂ ਬੁਨਿਆਦੀ ਲੋੜਾਂ ਨੇ ਲੋਕਾਂ ਦੀਆਂ, ਜਲੰਧਰ ਦਿਆਂ ਦੀਆਂ, ਉਹ ਉੱਥੇ ਪਾਲਿਸੀਆਂ ਲਿਆਂਦੀਆਂ ਗਈਆਂ ਨੇ, ਸਕੀਮਾਂ ਲਿਆਂਦੀਆਂ ਗਈਆਂ ਨੇ। ਇਸੇ ਤਰ੍ਹਾਂ ਪੰਜਾਬ ਨੂੰ, ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਡਿਲੀਵਰੀ ਹੈ, ਤੁਸੀਂ ਦੇਖੋਗੇ ਕਿ ਜਿਵੇਂ ਬਾਰ-ਬਾਰ ਭਗਵੰਤ ਮਾਨ ਹੋਰੀ ਕਹਿ ਰਹੇ ਨੇ ਕਿ ਬਹੁਤ ਸਾਰੇ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦੀ ਡਿਲੀਵਰੀ ਲਈ ਲੋਕਾਂ ਨੂੰ ਖੱਜਲ ਖੁਆਰ ਬਹੁਤ ਹੋਣਾ ਪੈਂਦਾ ਹੈ, ਚਾਹੇ ਲਾਇਸੈਂਸ ਹੋਵੇ ਜਾਂ ਹੋਰ, ਇੱਥੋਂ ਤੱਕ ਕਿ ਜਿਹੜਾ ਆਟਾ ਦਾਲ ਸਕੀਮ ਹੈ ਉਹ ਵੀ ਤੁਹਾਡੇ ਘਰ ਦੇ ਵਿੱਚ ਆਉਣੀ ਚਾਹੀਦੀ ਹੈ। ਸੋ ਉਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋ ਸਕਦਾ ਹੈ ਕਿ ਬਹੁਤ ਛੇਤੀ ਜਿੰਨੀਆਂ ਵੀ ਉਹ ਸਕੀਮਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਆਉਣਗੀਆਂ ਉਹ ਘਰ ਦੇ ਵਿੱਚ ਹੀ ਡਿਲੀਵਰੀ ਲੋਕਾਂ ਨੂੰ ਮਿਲੇਗੀ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਨੇ, ਹਜ਼ਾਰ ਰੁਪਈਆ ਜਿਹੜੀਆਂ ਮਹਿਲਾਵਾਂ ਨੂੰ, ਸਾਡੀਆਂ ਭੈਣਾਂ ਨੂੰ, ਸਾਡੀਆਂ ਮਾਤਾਵਾਂ ਨੂੰ ਵਾਅਦਾ, ਗਰੰਟੀ ਜਿਹੜੀ ਕੀਤੀ ਗਈ ਸੀਗੀ, ਇਹ ਉਮੀਦ ਹੈ ਕਿ ਬਹੁਤ ਛੇਤੀ ਜਿਹੜਾ ਸੀਗਾ ਉਹਨਾਂ ਦੇ ਖਾਤਿਆਂ ਦੇ ਵਿੱਚ ਪੈ ਜਾਏਗਾ। ਸੋ ਇਸੇ ਤਰ੍ਹਾਂ ਹੋਰ, ਚਾਹੇ ਉਹ ਕਾਨੂੰਨ ਵਿਵਸਥਾ ਨੂੰ ਲੈ ਕੇ ਗੱਲਾਂ ਹੋਣ, ਜਾਂ ਰੁਜ਼ਗਾਰ ਨੂੰ ਲੈ ਕੇ ਹੋਣ, ਜਾਂ ਹੈਲਥ ਨੂੰ ਲੈ ਕੇ ਹੋਣ, ਜਾਂ ਐਜੂਕੇਸ਼ਨ ਨੂੰ ਲੈ ਕੇ ਹੋਣ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਨੇ ਉਹ ਸਰਕਾਰ ਅਨਾਉਂਸ ਕਰ ਸਕਦੀ ਹੈ, ਭਗਵੰਤ ਮਾਨ ਹੋਰੀ ਅਨਾਉਂਸ ਕਰ ਸਕਦੇ ਨੇ। ਸੋ ਸਾਨੂੰ ਉਮੀਦ ਰੱਖਣੀ ਚਾਹੀਦੀ ਹੈ ਕਿ ਜਿਵੇਂ ਇੱਕ ਸਾਲ ਦੇ ਵਿੱਚ ਬਹੁਤ ਸਾਰੇ ਕੰਮ ਜਿਵੇਂ ਕੀਤੇ ਗਏ ਨੇ, ਚਾਹੇ ਰੁਜ਼ਗਾਰ ਜਿਹੜਾ ਹੈਗਾ ਲਗਭਗ 30,000 ਦੇ ਕਰੀਬ ਨਵੀਆਂ ਭਰਤੀਆਂ, ਜਾਂ ਬਿਜਲੀ ਦਾ ਬਿੱਲ ਜਿਹੜਾ ਹੈਗਾ 600 ਯੂਨਿਟ ਉਹ ਮਾਫ ਹੋਇਆ ਹੈ। ਇਸੇ ਤਰ੍ਹਾਂ ਐਮੀਨੈਂਸ ਸਕੂਲ ਜਿਹੜੇ ਨੇ ਉਹ 117 ਉਹ ਖੋਲੇ ਗਏ ਨੇ, 550 ਦੇ ਕਰੀਬ ਮੁਹੱਲਾ ਕਲੀਨਿਕ, ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਬੁਨਿਆਦੀ ਗੱਲਾਂ ਕਿਸੇ ਵੇਲੇ ਕੀਤੀਆਂ ਗਈਆਂ ਸੀਗੀਆਂ, ਵਾਅਦੇ ਕੀਤੇ ਗਏ ਸੀਗੇ,
ਔਰ ਗਰੰਟੀਆਂ ਦਿੱਤੀਆਂ ਗਈਆਂ ਸੀਗੀਆਂ, ਉਹ ਗਰੰਟੀਆਂ ਨੂੰ ਹੁਣ ਪੂਰਾ ਕਰਨ ਦਾ ਸਮਾਂ ਆਇਆ ਹੈ। ਔਰ ਤਨਦੇਹੀ ਦੇ ਨਾਲ ਸਰਕਾਰ ਦੀ ਜਿਹੜੀ ਉਹਦੇ ਤੋਂ ਕਾਰਗੁਜ਼ਾਰੀ ਤੋਂ ਲੱਗ ਰਿਹਾ ਹੈ ਕਿ ਤਨਦੇਹੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਸੋ ਇਹ ਕੰਮ ਹੋਰ ਤੇਜ਼ ਹੋਏਗਾ, ਕਿਉਂਕਿ ਪਹਿਲਾ ਸਾਲ ਜਿਹੜਾ ਹੈਗਾ, ਪਹਿਲਾ ਗੇਅਰ ਜਿਹੜਾ ਹੁੰਦਾ ਨਾ, ਉਹਦੇ ਚ ਗੱਡੀ ਬਹੁਤ ਸਲੋ ਚੱਲਦੀ ਹੈ, ਤੁਸੀਂ ਦੇਖਿਆ ਹੋਏਗਾ ਤੇ ਪਹਿਲੇ ਦੇ ਵਿੱਚ। ਹਜੇ ਹੁਣ ਦੂਜਾ ਗੇਅਰ ਸ਼ੁਰੂ ਹੋਇਆ, ਸੋ ਹੌਲੀ ਹੌਲੀ 5 ਸਾਲਾਂ ਦੇ ਵਿੱਚ ਜਦੋਂ 5ਵਾਂ ਗੇਅਰ ਪਏਗਾ, ਤੁਸੀਂ ਦੇਖੋਗੇ ਪੰਜਾਬ ਦੀ ਜਿਹੜੀ ਸਪੀਡ ਹੈ ਉਹ ਕਿਵੇਂ ਚੱਕੀ ਜਾਏਗੀ। ਸੋ ਹੁਣ ਦੂਜਾ ਗੇਅਰ ਪੈ ਚੁੱਕਿਆ ਹੈ, ਸਪੀਡ ਹੋਰ ਤੇਜ਼ ਹੋਏਗੀ। ਇਸੇ ਤਰ੍ਹਾਂ ਫਿਰ ਤੀਜਾ ਗੇਅਰ ਪਏਗਾ, ਫਿਰ ਚੌਥਾ ਗੇਅਰ ਪਏਗਾ, ਫਿਰ 5ਵਾਂ ਟੌਪ ਗੇਅਰ ਪੈ ਜਾਏਗਾ। ਸੋ ਨਾਲ ਦੀ ਨਾਲ ਜਿਉਂ-ਜਿਉਂ ਇਹ ਗੇਅਰ ਬਦਲਦੇ ਜਾਣਗੇ ਹਰ ਸਾਲ, ਤਾਂ ਪੰਜਾਬ ਦੀ ਜਿਹੜੀ ਤਰੱਕੀ ਹੈ ਉਹ ਉਸੇ ਤੇਜ਼ੀ ਦੇ ਨਾਲ ਹੁੰਦੀ ਰਹੇਗੀ ਔਰ ਰੰਗਲਾ ਪੰਜਾਬ ਜਿਹੜਾ ਹੈਗਾ ਉਹ ਬਣੇਗਾ ਭੰਗੂ ਸਾਹਿਬ। ਜੀ ਬਿਲਕੁਲ। ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਦੇ ਲਈ, ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਜੀ। ਸੋ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਸ਼ਾਮਲਾਟ ਜ਼ਮੀਨਾਂ ਤੋਂ ਸ਼ੁਰੂ ਕਰਕੇ ਕਈ ਅਹਿਮ ਇਸ਼ੂਆਂ ਤੇ ਗੱਲਬਾਤ ਕੀਤੀ। ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਾਂ ਨਾਲ ਪੰਜਾਬੀ। ਧੰਨਵਾਦ।